हाँ जी, सत श्री अकाल प्यारे विद्यार्थियों, प्यारे बच्चों। अज असी जमात 9वीं दे कहानी भाग विचों जन्मदिन कहानी जो कि सविंदर सिंह उपल होरां दी लिखी हुई है उहदे बारे पढ़ांगे ते विचार चर्चा करांगे। सो बेटा, ये कहानी जिहड़ी जिहदा नाम है जन्मदिन जिहड़ी कहानी आ समाज ਦੇ ਵਿਚਕਾਰ जो एक ਪਹਿਲਾਂ ਵਾਲੇ ਸਮੇਂ 'ਚ ਵੀ ਹੁੰਦਾ ਸੀ कि दूसरे ਬੰਦੇ ਨਾਲ ਕਿਸੇ ਨਾਲ ਜਿਹੜੀ ਮਤਭੇਦ ਰੱਖਣੇ। ਹੁਣ ਇਸ ਕਹਾਣੀ ਦੇ ਵਿੱਚ ਇੱਕ ਜਿਹੜਾ ਜੁਗਲ ਪ੍ਰਸਾਦ ਨਾਮ ਦਾ ਕਰੈਕਟਰ ਆ, ਉਹ ਆਪਣਾ ਬੱਚਾ ਉਹਦਾ ਜੋਤੀ KG ਕਲਾਸ ਦੇ ਵਿੱਚ ਪੜ੍ਹਦਾ ਅਤੇ ਦੇਵਕੀ ਜਿਹੜੀ ਉਸ ਵਿਅਕਤੀ ਦੀ ਜੁਗਲ ਪ੍ਰਸਾਦ ਦੀ ਪਤਨੀ ਆ ਅਤੇ ਇਹਦੀ ਬਹੁਤ ਜ਼ਿਆਦਾ ਘੱਟ ਤਨਖਾਹ ਹੁੰਦੀ ਹੈ, ਪਰ ਇਹ ਚਾਹੁੰਦਾ ਕਿ ਮੇਰਾ ਬੱਚਾ ਵਧੀਆ ਸਕੂਲ ਦੇ ਵਿੱਚ ਪੜ੍ਹੇ। ਉਹਦੇ ਨਾਲ ਇੱਕ ਘਟਨਾ ਘਟਦੀ ਹੈ ਬੇਟਾ, ਉਹ ਸਕੂਲ ਦੇ ਵਿੱਚ ਬੱਚੇ ਨੂੰ ਲਾਉਂਦਾ। ਜਿਹੜਾ ਜੁਗਲ ਪ੍ਰਸਾਦ ਆ ਸਕੂਲਾਂ ਦੇ ਬਾਹਰ ਖੜ੍ਹ ਕੇ ਦੇਖਦਾ ਕਿ ਜਿਹੜੇ ਇਹ ਪ੍ਰਾਈਵੇਟ ਸਕੂਲ ਨੇ ਇਹਨਾਂ ਦਾ ਮਾਹੌਲ ਕਿੰਨਾ ਅੱਛਾ ਹੁੰਦਾ, ਇੱਥੇ ਬੱਚਿਆਂ ਨਾਲ ਵਿਤਕਰਾ ਨਹੀਂ ਹੁੰਦਾ। ਇਹ ਗੱਲ ਉਹਦੇ ਦਿਲ ਨੂੰ ਟੁੰਬਦੀ ਹੈ ਕਿ ਮੈਂ ਬੱਚਾ ਲਾਵਾਂ, ਬਟ ਇਹੀ ਗੱਲ ਐਂਡ 'ਤੇ ਉਹਦਾ ਦਿਲ ਤੋੜਦੀ ਹੈ। ਹੁਣ ਜੁਗਲ ਪ੍ਰਸਾਦ ਦੇ ਬੱਚੇ ਨਾਲ ਐਂਡ ਦੇ ਉੱਪਰ ਕਹਾਣੀ ਦੇ ਵਿੱਚ ਕੀ ਵਾਪਰਦਾ, ਉਹ ਕਿਵੇਂ ਉਹਦਾ ਦਿਲ ਟੁੱਟਦਾ, ਅਤੇ ਇਹ ਜਨਮਦਿਨ ਕਹਾਣੀ ਆ ਜਿਹੜੀ ਇਸੇ ਚੀਜ਼ ਨੂੰ ਇੱਕ ਵਿਅੰਗ ਕੀਤਾ ਗਿਆ ਕਿ ਅਸੀਂ ਕਿਤੇ ਨਾ ਕਿਤੇ ਜਿਹੜੀ ਸਿਫਾਰਿਸ਼ ਹੁੰਦੀ ਆ ਜਾਂ ਪੈਸੇ ਵਾਲਾ ਬੰਦਾ ਹੁੰਦਾ ਉਹ ਗਰੀਬ ਬੰਦੇ ਨਾਲ ਧੱਕਾ ਕਰ ਜਾਂਦਾ। ਆਓ ਇਸ ਕਹਾਣੀ ਨੂੰ ਪੜ੍ਹਦੇ ਹਾਂ ਅਤੇ ਜਾਣਦੇ ਹਾਂ ਇਸ ਕਹਾਣੀ ਦੇ ਜੋ ਆਖਰ ਦੇ ਵਿੱਚ ਘਟਨਾ ਘਟਦੀ ਆ। ਜਦੋਂ ਜੁਗਲ ਪ੍ਰਸਾਦ ਦੀ 5 ਰੁਪਏ ਤਨਖਾਹ ਵਧੀ, ਹੁਣ ਤਨਖਾਹ ਉਹਦੀ 5 ਰੁਪਏ ਹੀ ਵਾਧਾ ਹੁੰਦਾ, ਤਾਂ ਉਹ ਆਪਣੀ ਪਤਨੀ ਦੇ ਵਿਰੋਧ ਦੇ ਬਾਵਜੂਦ, ਉਹਦੀ ਪਤਨੀ ਕਹਿੰਦੀ ਹੈ ਵੀ ਰਹਿਣ ਦਿਓ, ਤੁਸੀਂ ਤਨਖਾਹ ਵੱਧ ਗਈ ਵੀ ਤੁਸੀਂ ਪੈਸਾ ਖ਼ਰਾਬ ਨਾ ਕਰੋ, ਵਿਰੋਧ ਦੇ ਬਾਵਜੂਦ 40 ਰੁਪਏ ਉਧਾਰ ਮੰਗ ਤੰਗ ਕੇ, ਹੁਣ 40 ਰੁਪਏ ਇੱਧਰੋਂ ਉੱਧਰੋਂ ਸੱਜਾ ਖੱਬਾ ਕਰਕੇ ਆਪਣੇ ਪੁੱਤਰ ਜੋਤੀ ਨੂੰ, ਹੁਣ ਜਿਹੜਾ ਇਹ ਜੋਤੀ ਨਾਮ ਦਾ ਬੱਚਾ ਪਰਿਵਾਰ ਦੇ ਵਿੱਚ ਇਹਦੇ 5 ਬੱਚੇ ਨੇ, ਸਭ ਤੋਂ ਛੋਟਾ ਬੱਚਾ ਹੈ ਕੌਣ, ਜੋਤੀ ਨੂੰ ਮੁੱਢ ਤੋਂ ਅੰਗਰੇਜ਼ੀ ਪੜ੍ਹਾਉਣ ਅਤੇ ਨਵੀਆਂ ਵਿਦਿਅਕ ਵਿਉਂਤਾਂ ਅਨੁਸਾਰ, ਹੁਣ ਇਹ ਸ਼ੁਰੂ ਤੋਂ ਹੀ ਸੋਚਦਾ ਸੀ ਕਿ ਮੇਰੇ ਇੰਨੇ ਬੱਚੇ ਨੇ, ਚਲੋ ਮੈਂ ਜੋਤੀ ਨੂੰ, ਮੇਰੇ ਛੋਟੇ ਬੱਚੇ ਨੂੰ ਜ਼ਰੂਰ ਕਿਸੇ ਇੰਗਲਿਸ਼ ਮੀਡੀਅਮ ਸਕੂਲ ਦੇ ਵਿੱਚ ਪੜ੍ਹਾਊਂਗਾ, ਇਹ ਪੜ੍ਹ ਲਿਖ ਕੇ ਵਧੀਆ ਅਫਸਰ ਲੱਗ ਜੂਗਾ, ਮੇਰੇ ਘਰ ਦੀ ਗਰੀਬੀ ਚੱਕੂ। ਉਸ ਨੂੰ ਮੁੱਢ ਤੋਂ ਅੰਗਰੇਜ਼ੀ ਪੜ੍ਹਾਉਣ ਅਤੇ ਨਵੀਆਂ ਵਿਦਿਅਕ ਵਿਉਂਤਾਂ ਅਨੁਸਾਰ ਚੱਲ ਰਹੇ ਸਕੂਲ ਵਿੱਚ ਦਾਖਲ ਕਰਵਾ ਕੇ ਖੁਸ਼ ਸੀ। ਉਹ ਸੋਚ ਰਿਹਾ ਸੀ ਕਿ ਇੰਗਲਿਸ਼ ਮੀਡੀਅਮ ਅਤੇ ਨਵੇਂ ਜ਼ਮਾਨੇ ਦੀ ਨਵੀਂ ਪੜ੍ਹਾਈ ਜਿਵੇਂ ਸਕੂਲਾਂ ਦੇ ਵਿੱਚ ਕਰਾਉਂਦੇ ਨੇ, ਮੈਂ ਕਿਸੇ ਐਸੇ ਸਕੂਲ ਦੇ ਵਿੱਚ ਜਿਹੜਾ ਮੇਰੇ ਬੱਚੇ ਨੂੰ ਮੈਂ ਪੜ੍ਹਨ ਲਾਊਂਗਾ। ਇਹ ਸ਼ੁਰੂ ਤੋਂ ਹੀ ਉਹਦੇ ਮਨ ਦੇ ਅੰਦਰ ਸੀਗੀ ਖੁਸ਼ੀ, ਅਤੇ ਹੁਣ ਉਹ ਉੱਥੇ ਆਪਣੇ ਬੱਚੇ ਨੂੰ ਦਾਖਲ ਕਰਵਾ ਦਿੰਦਾ ਹੈ। ਮਹੀਨੇ ਬਾਅਦ ਇਮਤਿਹਾਨ ਤੋਂ ਉਸ ਨੂੰ ਪਤਾ ਲੱਗਾ ਕਿ ਜੋਤੀ ਸੋਹਣਾ ਹੋਣ ਦੇ ਨਾਲ ਨਾਲ ਪੜ੍ਹਾਈ ਵਿੱਚ ਵੀ ਸਾਰੇ ਜਮਾਤੀਆਂ ਤੋਂ ਅੱਗੇ ਸੀ। ਉਹਨੂੰ ਲੱਗਿਆ ਕਿ ਮੇਰਾ ਬੱਚਾ ਨਹਾਉਂਦਾ ਧੋਂਦਾ, ਸਾਫ ਸੁਥਰੇ ਕੱਪੜੇ ਪਾਉਂਦਾ, ਕਿ ਮੇਰਾ ਬੱਚਾ ਹੁਣ ਸੋਹਣਾ ਵੀ ਹੋ ਗਿਆ ਅਤੇ ਪੜ੍ਹਾਈ ਵਿੱਚ ਵੀ ਸੋਹਣਾ ਹੋ ਗਿਆ। ਹੁਣ ਜਦੋਂ ਉਹਦੀ ਕਲਾਸ KG ਕਲਾਸ ਦੇ ਵਿੱਚ ਬੇਟਾ ਉਹਨੂੰ ਦਾਖਲ ਕਰਦੇ ਨੇ ਅਤੇ ਸਾਰੇ ਜਮਾਤ ਦੇ ਵਿੱਚੋਂ ਅੱਗੇ ਸੀ, ਅੱਗੇ ਤੋਂ ਭਾਵ ਵੀ ਇੰਟੈਲੀਜੈਂਟ ਸੀ, ਉਹਦੇ ਮਾਰਕਸ ਵਧੀਆ ਸੀਗੇ। ਇਸ ਸੰਬੰਧੀ ਪ੍ਰਿੰਸੀਪਲ ਨੇ ਜੁਗਲ ਪ੍ਰਸਾਦ ਨੂੰ ਵਧਾਈ ਦਿੱਤੀ, ਫੋਨ ਕੀਤਾ, ਪੱਤਰ ਭੇਜਿਆ ਕਿ ਜੀ ਤੁਹਾਡਾ ਬੱਚਾ ਬਹੁਤ ਇੰਟੈਲੀਜੈਂਟ ਆ, ਬਹੁਤ ਸਿਆਣਾ ਤੁਹਾਡਾ ਬੱਚਾ, ਪੜ੍ਹਾਈ 'ਚੋਂ ਅੱਛਾ। ਸੋ ਬੜੀ ਖੁਸ਼ੀ ਹੋਈ ਉਹਨੂੰ ਜੁਗਲ ਪ੍ਰਸਾਦ ਨੂੰ, ਜਿਸ ਕਰਕੇ ਜੁਗਲ ਪ੍ਰਸਾਦ ਅਤੇ ਉਸ ਦੀ ਪਤਨੀ ਬਹੁਤ ਖੁਸ਼ ਸਨ। ਹੁਣ ਬੜੀ ਖੁਸ਼ੀ ਹੁੰਦੀ ਹੈ ਘਰ ਦੇ ਵਿੱਚ ਜੇ ਸਕੂਲੋਂ ਸੁਨੇਹਾ ਆ ਜਾਏ ਕਿ ਬੱਚਾ ਬਹੁਤ ਵਧੀਆ ਪੜ੍ਹਦਾ, ਅਤੇ ਬੜਾ ਦੁੱਖ ਹੁੰਦਾ ਜੇ ਲਾਂਭਾ ਆ ਜਾਏ। ਇੱਕ ਦਿਨ ਜੁਗਲ ਪ੍ਰਸਾਦ ਨੂੰ ਪ੍ਰਿੰਸੀਪਲ ਦੀ ਚਿੱਠੀ ਤੋਂ ਪਤਾ ਲੱਗਾ ਕਿ ਸ਼ਹਿਰ ਦੀ ਨਾਗਰਿਕ ਸਭਾ ਵੱਲੋਂ ਐਤਵਾਰ ਨੂੰ ਮਨਾਏ ਜਾ ਰਹੇ ਪ੍ਰਾਂਤ ਦੇ ਪ੍ਰਸਿੱਧ ਮੰਤਰੀ ਸ੍ਰੀ ਜਵਾਲਾ ਪ੍ਰਸਾਦ ਦੇ ਜਨਮਦਿਨ ਮੌਕੇ ਉੱਤੇ ਮੰਤਰੀ ਜੀ ਸ਼ਹਿਰ ਦੇ ਚੋਣਵੇਂ ਸਕੂਲਾਂ ਦੇ ਬੱਚਿਆਂ ਨੂੰ ਮਿਲਣਾ ਚਾਹੁੰਦੇ ਹਨ। ਹੁਣ ਬੇਟਾ ਉਹਨਾਂ ਨੂੰ ਇੱਕ ਚਿੱਠੀ ਆਈ ਜਿਹਦੇ ਵਿੱਚ ਲਿਖਿਆ ਹੋਇਆ ਸੀ ਕਿ ਸ਼ਹਿਰ ਦੀ ਨਾਗਰਿਕ ਸਭਾ ਵੱਲੋਂ ਇੱਕ ਸਮਾਗਮ ਕਰਾਇਆ ਜਾ ਰਿਹਾ, ਜਿਹਦੇ ਵਿੱਚ ਪ੍ਰਾਂਤ ਦੇ ਪ੍ਰਸਿੱਧ ਮੰਤਰੀ ਜਵਾਲਾ ਪ੍ਰਸਾਦ, ਉਹਨਾਂ ਦਾ ਜਨਮਦਿਨ ਆ, ਵੀ ਉਹ ਅਸੀਂ ਇੱਕ ਸਮਾਗਮ ਰੱਖਿਆ ਜੀ। ਇਸ ਸਮਾਗਮ ਵਿੱਚ ਮੰਤਰੀ ਜੀ ਇਹ ਆਪਣੇ ਪ੍ਰਾਂਤ ਦੇ ਵੱਖ ਵੱਖ ਸਕੂਲਾਂ ਦੇ ਜਿਹੜੇ ਵਧੀਆ ਅੱਛੇ ਬੱਚੇ ਨੇ, ਅੱਛੇ ਬੱਚੇ ਤੋਂ ਭਾਵ
ਪੜ੍ਹਾਈ ਵਿੱਚ ਅੱਛੇ ਨੇ, ਉਹਨਾਂ ਨੂੰ ਮਿਲਣਾ ਚਾਹੁੰਦੇ ਨੇ। ਅਤੇ ਬੜੀ ਖੁਸ਼ੀ ਹੋਈ ਵੀ ਚਿੱਠੀ ਆਈ ਆ ਸਾਨੂੰ ਮਿਲਣਾ ਚਾਹੁਣ ਦੇ ਵਿੱਚ। ਜਦੋਂ ਕਹਿੰਦੇ ਵੀ ਜਿਹੜਾ ਆਪਣੇ ਸਕੂਲ 'ਚੋਂ ਸਾਡੇ ਸਕੂਲ 'ਚੋਂ ਬੱਚਾ ਜਾਊਗਾ ਉਹ ਤੁਹਾਡਾ ਬੱਚਾ, ਅਤੇ ਉਹਨਾਂ ਨੂੰ ਹੋਰ ਜ਼ਿਆਦਾ ਖੁਸ਼ੀ ਹੋਈ ਵੀ ਸਿਲੈਕਟਡ ਬੱਚਿਆਂ 'ਚੋਂ ਸਾਡੇ ਬੱਚੇ ਨੂੰ ਚੁਣਿਆ ਗਿਆ। ਹੁਣ ਉਹਨਾਂ ਨੇ ਕਰਨਾ ਕੀ ਸੀ, ਜੋਤੀ ਨੂੰ ਚੁਣਿਆ ਗਿਆ ਹੈ ਜੋ ਕਿ ਮੰਤਰੀ ਜੀ ਦੇ ਗਲ ਹਾਰ ਪਾਵੇਗਾ। ਹੁਣ ਕਹਿੰਦੇ ਤੁਹਾਡਾ ਬੱਚਾ ਮੰਤਰੀ ਦੇ ਗਲ 'ਚ ਹਾਰ ਪਾਵੇਗਾ, ਇਹ ਚੀਜ਼ ਦੀ ਉਹਨਾਂ ਨੂੰ ਮਤਲਬ ਚੁਣਿਆ ਗਿਆ। ਅਤੇ ਇੱਥੇ ਬੜੀ ਖੁਸ਼ੀ ਹੋਈ ਇਹ ਗੱਲ ਸੁਣ ਕੇ ਸਾਡਾ ਬੱਚਾ ਚੁਣਿਆ ਗਿਆ ਹੈ ਨਾ। ਅਤੇ ਅੱਗੇ ਬੇਟਾ, ਇਸ ਗੱਲ ਦੀ ਜੁਗਲ ਪ੍ਰਸਾਦ ਅਤੇ ਉਸਦੀ ਪਤਨੀ ਨੂੰ ਬਹੁਤ ਖੁਸ਼ੀ ਪ੍ਰਾਪਤ ਹੋਈ, ਪਰ ਘਰ ਵਿੱਚ ਪਹਿਲਾਂ ਤੋਂ ਚੱਲ ਰਹੀ ਪੈਸਿਆਂ ਦੀ ਤੰਗੀ ਕਾਰਨ ਉਹਨਾਂ ਨੇ ਜੋਤੀ ਦੀ ਬੁਗਨੀ ਵਿੱਚੋਂ 7 ਆਨੇ ਕੱਢ ਕੇ ਅਤੇ ਇੱਕ ਮਿੱਤਰ ਤੋਂ ਮੁਸ਼ਕਿਲ ਨਾਲ 3 ਰੁਪਏ ਉਧਾਰ ਲੈ ਕੇ ਜੋਤੀ ਲਈ ਬੂਟ, ਚਿੱਟੇ ਰੰਗ ਦੀਆਂ ਜੁਰਾਬਾਂ, ਨਿੱਕਰ ਅਤੇ ਕਮੀਜ਼ ਦਾ ਪ੍ਰਬੰਧ ਕੀਤਾ। ਬੜੇ ਗਰੀਬ ਸੀਗੇ, ਪੈਸੇ ਪੂਸੇ ਮੰਗ ਕੇ ਉਸ ਦਿਨ ਲਈ ਜੋ ਉਹਨੂੰ ਸਕੂਲ ਵੱਲੋਂ ਪੱਤਰ ਆਇਆ ਸੀਗਾ ਕਿ ਬੱਚੇ ਦੇ ਚਿੱਟੇ ਰੰਗ ਦੀਆਂ ਜੁਰਾਬਾਂ, ਨਿੱਕਰ, ਕਮੀਜ਼ ਦਾ ਪ੍ਰਬੰਧ ਕੀਤਾ ਜਾਵੇ। ਵਿਚਾਰਿਆਂ ਨੇ ਪੈਸੇ ਪੂਸੇ ਫੜ ਕੇ ਉਹਦੀ ਆ ਜਿਹੜੀ ਬੁਗਨੀ ਆ, ਜਿਵੇਂ ਅਸੀਂ ਕਹਿੰਦੇ ਹਾਂ ਕੋਈ ਗੀਜਾ, ਜਿਵੇਂ ਆਪਾਂ ਕੋਈ ਪਹਿਲਾਂ ਪੁਰਾਣੀ ਹੈ ਨਾ ਜਿਹੜੀਆਂ ਔਰਤਾਂ ਹੁੰਦੀਆਂ ਸੀ, ਇਸ ਤਰ੍ਹਾਂ ਇੱਕ ਚੋਰ ਜੇਬ ਕਹਿ ਲਓ ਜਿਹਨੂੰ, ਉਹਦੇ ਵਿੱਚ ਉਹ ਪੈਸੇ ਨੂੰ ਸੰਭਾਲ ਕੇ ਰੱਖਦੀਆਂ ਸੀ। ਚੋਰ ਜੇਬ 'ਚੋਂ ਵੀ ਜਿੰਨੇ ਉਹਨਾਂ ਦੇ ਘਰੇ ਪੈਸੇ ਸੀਗੇ ਉਹਦੇ ਵਿੱਚ ਉਹਨਾਂ ਨੇ ਪੈਸੇ ਕੱਢ ਲਏ, 3 ਰੁਪਏ ਕਿਸੇ ਤੋਂ ਉਧਾਰ ਮੰਗੇ, ਚਲੋ ਉਸ ਬੱਚੇ ਦੇ ਕੱਪੜਿਆਂ ਦਾ ਪ੍ਰਬੰਧ ਕੀਤਾ। ਹੁਣ ਸਮਾਗਮ ਵਾਲੇ ਦਿਨ ਜੋਤੀ ਨੂੰ ਭੇਜ ਕੇ ਸਾਰਾ ਟੱਬਰ ਤ੍ਰਿਕਾਲਾਂ ਨੂੰ ਉਸ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ। ਹੁਣ ਜਿਸ ਦਿਨ ਸਮਾਗਮ ਸੀ ਬੱਚਾ ਉਹਨਾਂ ਨੇ ਸਕੂਲ ਉੱਥੇ ਉਹ ਸਮਾਗਮ ਵਾਲੇ ਥਾਂ 'ਤੇ ਭੇਜਿਆ ਅਤੇ ਸਾਰਾ ਪਰਿਵਾਰ ਬੇਟਾ ਉਡੀਕ ਕਰ ਰਹੇ ਸ਼ਾਮ ਨੂੰ, ਤ੍ਰਿਕਾਲਾਂ ਤੋਂ ਭਾਵ ਸ਼ਾਮ ਨੂੰ, ਕਿ ਜੋਤੀ ਆਊਗਾ, ਉਹ ਦੱਸੂਗਾ ਕਿ ਮੈਂ ਇੱਦਾਂ ਗਿਆ ਉੱਥੇ ਮੰਤਰੀ ਜੀ ਨੇ ਮੈਨੂੰ ਮਿਲੇ, ਮੈਂ ਉਹਨਾਂ ਦੇ ਇੱਦਾਂ ਹਾਰ ਪਾਇਆ। ਮਤਲਬ ਬਹੁਤ ਉਹਨਾਂ ਦੇ ਅੰਦਰ ਇੱਕ ਮਤਲਬ ਇਹ ਲਾ ਲਓ ਵੀ ਖੁਸ਼ੀ ਚੜੀ ਹੋਈ ਸੀ ਕਿ ਸਾਡਾ ਬੱਚਾ ਕਿੱਡਾ ਵੱਡਾ ਕੰਮ ਕਰਕੇ ਆਊਗਾ, ਅੱਜ ਮੰਤਰੀ ਜੀ ਦੇ ਹਾਰ ਪਾਊ ਅਤੇ ਮਾਨ ਸਨਮਾਨ ਹੋਊ। ਘਰੇ ਬਹੁਤ ਖੁਸ਼ੀ ਸੀ ਇਸ ਗੱਲ ਨੂੰ ਲੈ ਕੇ। ਉਹ ਆਵੇ ਅਤੇ ਉਹਨਾਂ ਨੂੰ ਸਾਰੇ ਰੌਣਕ ਮੇਲੇ ਵਿੱਚ ਮਿਲੇ ਮਾਨ ਸਨਮਾਨ ਦਾ ਹਾਲ ਸੁਣਾਵੇ। ਇਸ ਚੀਜ਼ ਦੀ ਉਡੀਕ ਸੀਗੀ ਕਿ ਜੁਗਲ ਪ੍ਰਸਾਦ ਅਤੇ ਉਹਦਾ ਪੂਰਾ ਪਰਿਵਾਰ ਇਸ ਗੱਲ ਨੂੰ ਲੈ ਕੇ ਬੜਾ ਉਤਸੁਕ ਸੀ ਕਿ ਜੋਤੀ ਸ਼ਾਮ ਨੂੰ ਜਦੋਂ ਆਊਗਾ ਉਹ ਸਾਰੇ ਰੌਣਕ ਮੇਲੇ ਵਿੱਚ ਮਿਲੇ ਮਾਨ ਸਨਮਾਨ ਦਾ ਹਾਲ ਸੁਣਾਵੇ। ਪਰ ਕੁਝ ਦੇਰ ਮਗਰੋਂ ਪ੍ਰਿੰਸੀਪਲ ਡਿਸਕੋਰੇ ਲੈ ਰਹੇ ਜੋਤੀ ਨੂੰ ਨਾਲ ਲੈ ਕੇ ਪੁੱਜੀ। ਹੁਣ ਜਦੋਂ ਸਮਾਗਮ ਦੇ ਉੱਪਰ ਉਹਦੇ ਪੇਰੈਂਟਸ ਲੈਣ ਗਏ ਤਾਂ ਉਹ ਜਿਹੜਾ ਜੋਤੀ ਆ, ਡਿਸਕੋਰੇ ਤੋਂ ਭਾਵ ਬੇਟਾ ਉਹ ਰੋਂਦਾ, ਹਿਜਕੀਆਂ ਲੈਂਦਾ ਆ ਰਿਹਾ। ਉਸ ਨੇ ਅਫਸੋਸ ਪ੍ਰਗਟ ਕਰਦਿਆਂ ਦੱਸਿਆ, ਕਿਸ ਨੇ? ਪ੍ਰਿੰਸੀਪਲ ਮੈਮ ਨੇ, ਕਿ ਜੋਤੀ ਨੂੰ ਮੰਤਰੀ ਜੀ ਨੂੰ ਹਾਰ ਪਾਉਣ ਦਾ ਮਾਣ ਨਹੀਂ ਮਿਲ ਸਕਿਆ। ਹੁਣ ਕਹਿੰਦੀ ਜੀ ਜਿਹੜਾ ਤੁਹਾਡੇ ਬੱਚੇ ਨੇ ਹਾਰ ਪਾਉਣਾ ਸੀ ਮੰਤਰੀ ਜੀ ਦੇ, ਇਹ ਮਾਣ ਤੁਹਾਡੇ ਬੱਚੇ ਨੂੰ ਨਹੀਂ ਮਿਲ ਸਕਿਆ। ਹੁਣ ਇੱਥੇ ਦੇਖੋ ਉਹਦੇ ਪਿਤਾ ਦੇ ਅੰਦਰ ਕਿੱਡਾ ਵੱਡਾ ਹੁਣ ਜਿਹੜਾ ਸਕੂਲ ਪ੍ਰਤੀ ਇੱਕ ਛਾਪ ਸੀਗੀ ਵੀ ਸਕੂਲਾਂ ਦੇ ਵਿੱਚ ਮਤਭੇਦ ਨਹੀਂ ਹੁੰਦਾ। ਹੁਣ ਇੱਥੇ ਆ ਕੇ ਬੇਟਾ ਉਹਦਾ ਦਿਲ ਟੁੱਟਦਾ। ਦੇਖੋ ਜਿਵੇਂ ਆਪਾਂ ਸ਼ੁਰੂ 'ਚ ਦੱਸਿਆ ਸੀ, ਕਿਉਂਕਿ ਹੁਣ ਆ ਗਿਆ ਨਾ ਪੈਸੇ ਵਾਲੇ ਲੋਕ, ਤਾਕੜੇ ਸਿਫਾਰਸ਼ੀ ਲੋਕ, ਕਿਉਂਕਿ ਸੇਠ ਲਖਪਤ ਰਾਏ ਨੇ ਉਹਨਾਂ ਦੇ ਚੇਅਰਮੈਨ ਤੋਂ ਅਖਵਾ ਕੇ ਇਸ ਕੰਮ ਲਈ ਜੋਤੀ ਦੀ ਥਾਂ ਆਪਣੇ ਪੁੱਤਰ ਦਾ ਨਾਮ ਬਦਲਵਾ ਲਿਆ। ਹੁਣ ਜਿਹੜਾ ਸੇਠ ਲਖਪਤ ਰਾਏ ਆ, ਉਹਨੇ ਪ੍ਰਿੰਸੀਪਲ ਦੱਸ ਰਹੇ ਨੇ ਕਿ ਸਾਡੇ ਸਕੂਲ ਦੇ ਚੇਅਰਮੈਨ ਨੂੰ ਕਹਿ ਕੇ ਉਹਦਾ ਨਾਮ ਬਦਲ ਕੇ ਜੋਤੀ ਦੀ ਥਾਂ ਆਪਣੇ ਬੱਚੇ ਦਾ ਨਾਮ ਪਰਵਾ ਲਿਆ। ਇਹ ਸੁਣ ਕੇ ਜੁਗਲ ਪ੍ਰਸਾਦ ਦੀਆਂ ਸਧਨਾਂ ਅਤੇ ਉਮੰਗਾਂ ਨੂੰ ਵੱਡਾ ਝਟਕਾ ਲੱਗਾ। ਬੜਾ ਦੁੱਖ ਹੋਇਆ ਕਿ ਵੀ ਇਹ ਕਿਵੇਂ ਹੋ ਗਿਆ, ਸਾਡੇ ਬੱਚੇ ਨੂੰ ਚੁਣਿਆ ਸੀ, ਸਾਡਾ ਬੱਚਾ ਇੰਟੈਲੀਜੈਂਟ ਸੀ, ਪੜ੍ਹਾਈ ਵਾਲਾ ਸੀ, ਬਟ ਜਿਹੜਾ ਸੇਠ ਲਖਪਤ ਰਾਏ ਆ, ਪੈਸੇ ਵਾਲਾ ਬੰਦਾ, ਉਹਨੇ ਸਿਫਾਰਿਸ਼ ਦੇ ਆਧਾਰ 'ਤੇ ਮੇਰੇ ਬੱਚੇ ਦੀ ਜਗ੍ਹਾ 'ਤੇ ਆਪਣੇ ਬੱਚੇ ਨੂੰ ਉਸ ਹਾਰ ਪਾਉਣ ਵਾਲੀ ਪ੍ਰਕਿਰਿਆ ਲਈ ਚੁਣਿਆ। ਬੇਟਾ ਇੱਥੇ ਇਹ ਗੱਲ ਨਹੀਂ ਕਿ ਮੇਰੇ ਬੱਚੇ ਨੇ ਹਾਰ ਕਿਉਂ ਨਹੀਂ ਪਾਇਆ। ਉਹਨੇ ਜਦੋਂ ਅਸੀਂ ਇਸ ਕਹਾਣੀ ਨੂੰ ਪੂਰਾ ਪੜ੍ਹਦੇ ਹਾਂ ਤਾਂ ਤੁਸੀਂ ਦੇਖੋ ਕਿ ਉਹਦੀ ਮਾਂ ਕਿਵੇਂ ਘਰੋਂ ਇੱਕ ਚਿੱਟਾ ਕੱਪੜਾ ਲਿਆ ਕੇ ਗੁਆਂਢੀਆਂ ਦੇ, ਪਹਿਲਾਂ ਤਾਂ ਉਹਨੂੰ ਕੱਟਦੀ ਹੈ ਵਿਚਾਰੀ, ਫਿਰ ਗੁਆਂਢੀਆਂ ਦੇ ਤਾਲੇ ਮਿੰਨਤਾਂ ਕਰਕੇ ਉਹਨਾਂ ਦੀ ਮਸ਼ੀਨ 'ਤੇ ਉਹਦੀ ਚਿੱਟੀ ਸ਼ਰਟ ਨੂੰ ਤਿਆਰ ਕਰਕੇ ਲੈ ਕੇ ਆਉਂਦੀ ਆ, ਕਿਵੇਂ ਉਹਦੇ ਕੱਪੜੇ ਤਿਆਰ ਕਰਦੇ ਨੇ। ਬੇਟਾ ਕਹਾਣੀ ਬੜੀ ਇਮੋਸ਼ਨਲ ਆ, ਇਹਦੇ ਸਾਰ ਦੇ ਵਿੱਚ ਅਸੀਂ ਥੋੜ੍ਹਾ ਘੱਟ ਜਾਣਕਾਰੀ ਹਾਸਿਲ ਕਰ ਰਹੇ ਹਾਂ। ਅਤੇ ਉੱਥੇ ਇਹਨਾਂ ਦੀਆਂ ਕਿੰਨੀਆਂ ਸਾਧਨਾਂ ਜੁੜੀਆਂ ਸੀ। ਸਾਰਾ ਪਰਿਵਾਰ ਬੇਸਬਰੀ ਨਾਲ ਉਡੀਕ ਰਿਹਾ ਸੀ, ਜੋਤੀ ਦੱਸੂਗਾ ਵੀ ਇੱਦਾਂ ਇੱਦਾਂ ਕਰਕੇ ਮੇਰੇ ਸਕੂਲ 'ਚ ਇੱਦਾਂ ਸਮਾਗਮ ਹੋਇਆ।
ਤੇ ਜਿਹੜਾ ਬੇਟਾ ਇਹ ਜੁਗਲ ਪ੍ਰਸ਼ਾਦ ਆ ਨਾ, ਇਹਦੇ ਵਿੱਚ ਇਹ ਵਿਚਾਰਾ ਉੱਥੇ ਇੱਕ ਪੱਤਰਕਾਰ ਕੋਲੇ ਜਾਂਦਾ ਕਿ ਮੇਰਾ ਬੱਚਾ ਜਦੋਂ ਨਾ ਮੰਤਰੀ ਜੀ ਦੇ ਹਾਰ ਪਊਗਾ ਤੁਸੀਂ ਫੋਟੋ ਖਿੱਚ ਲਿਓ, ਉਹਦਾ ਪ੍ਰਬੰਧ ਕਰਨ ਲਈ ਵੀ ਜਾਂਦਾ ਇਹ। ਤੇ ਆਪ ਜਿਹੜੀ ਇਹ ਉੱਪਰ ਅਸੀਂ ਇਹ ਦੇਖਦੇ ਹਾਂ ਕਿ ਜਿਹੜੀ ਸਭਾ ਨੇ, ਨਾਗਰਿਕ ਸਭਾ ਨੇ ਇਹ ਸਮਾਗਮ ਕਰਵਾਇਆ ਸੀ, ਉਹਨਾਂ ਨੂੰ ਪੱਤਰ ਵੀ ਲੈ ਕੇ ਜਾਂਦਾ ਕਿ ਮੈਨੂੰ ਆਗਿਆ ਦੇ ਦਿਓ ਜੀ, ਉੱਥੇ ਮੈਂ ਮੇਰਾ ਬੱਚਾ ਜਦੋਂ ਮਾਨ ਸਨਮਾਨ ਕਰੂਗਾ ਮੈਂ ਉਹਨੂੰ ਦੇਖਣਾ ਚਾਹੁੰਦਾ। ਉਹ ਕਹਿੰਦੇ ਵੀ ਨਹੀਂ, ਉੱਥੇ ਸਿਰਫ ਸਿਲੈਕਟਡ ਪਰਸਨ ਹੀ ਜਾਂਦੇ ਨੇ। ਤੇ ਇਹ ਕਹਿੰਦਾ ਚਲੋ ਕੋਈ ਗੱਲ ਨਹੀਂ। ਮਤਲਬ ਬੜੀ ਇਮੋਸ਼ਨਲ ਕਹਾਣੀ ਹੈ ਬੇਟਾ ਜਦੋਂ ਅਸੀਂ ਕਹਾਣੀ ਨੂੰ ਪੜ੍ਹਦੇ ਹਾਂ। ਚਲੋ ਸਾਰ ਦੇ ਵਿੱਚ ਤੁਹਾਨੂੰ ਸਾਰੀ ਗੱਲ ਥੋੜ੍ਹੀ ਥੋੜ੍ਹੀ ਕਲੀਅਰ ਹੋ ਰਹੀ ਆ। ਇਹ ਸੁਣ ਕੇ ਜੁਗਲ ਪ੍ਰਸਾਦ ਦੀਆਂ ਸਧਰਾਂ ਅਤੇ ਉਮੰਗਾਂ ਨੂੰ ਵੱਡਾ ਝਟਕਾ ਲੱਗਾ ਅਤੇ ਉਹ ਗੁੱਸੇ ਨਾਲ ਆਪੇ ਤੋਂ ਬਾਹਰ ਹੋਇਆ, ਕਹਿਣ ਲੱਗਾ। ਹੁਣ ਇੱਥੇ ਜਨਮ ਦਿਨ ਆਉਂਦਾ, ਕੁਛ ਕਿਸੇ ਚੀਜ਼ ਦਾ ਜਨਮ ਹੋਣਾ। ਹੁਣ ਜੁਗਲ ਪ੍ਰਸਾਦ ਦੇ ਅੰਦਰ ਜੁਰਤ ਨੇ ਜਨਮ ਲਿਆ, ਹਿੰਮਤ ਨੇ ਜਨਮ ਲਿਆ, ਉਹਦੇ ਅੰਦਰ ਇੱਕ ਜਿਹੜੀ ਨਾਇਨਸਾਫੀ ਦੇ ਖਿਲਾਫ ਉੱਠਣ ਵਾਲੀ ਆਵਾਜ਼ ਆ ਉਸ ਨੇ ਜਨਮ ਲਿਆ। ਹੁਣ ਇੱਥੇ ਤੁਸੀਂ ਇਹ ਦੇਖਣਾ ਬੇਟਾ, ਜਨਮ ਦਿਨ ਤੋਂ ਭਾਵ ਆ ਇੱਕ ਨਵੀਂ ਸੋਚ ਦਾ, ਇੱਕ ਨਵੇਂ ਥੋਟ ਦਾ, ਇੱਕ ਨਵੀਂ ਸੰਘਰਸ਼ ਦਾ ਜਿਹੜਾ ਜਨਮ ਹੁੰਦਾ ਜੁਗਲ ਪ੍ਰਸਾਦ ਦੇ ਅੰਦਰ। ਜਿਵੇਂ ਉਹ ਕਹਿੰਦਾ ਅੱਜ ਮੰਤਰੀ ਦਾ ਜਨਮ ਦਿਨ ਨਹੀਂ, ਸਗੋਂ ਉਸ ਦੇ ਅੰਦਰ ਪੈਦਾ ਹੋਈ ਉਸ ਦਲੇਰੀ, ਹਿੰਮਤ ਅਤੇ ਜੁਰਤ ਦਾ ਜਨਮ ਦਿਨ ਹੈ ਜੋ ਹੁਣ ਅਮੀਰਾਂ ਨੂੰ ਗਰੀਬਾਂ ਦੀਆਂ ਸਧਰਾਂ ਅਤੇ ਉਮੰਗਾਂ ਨੂੰ ਪੈਰਾਂ ਹੇਠ ਲਿਤਾੜਨ ਨਹੀਂ ਦੇਵੇਗੀ। ਕਹਿੰਦਾ ਅੱਜ ਮੇਰੇ ਬੱਚੇ ਨਾਲ ਇਹ ਹੋਇਆ। ਹੁਣ ਮੇਰੇ ਅੰਦਰ ਹਿੰਮਤ ਜਾਗੀ ਆ, ਜੁਰਤ ਜਾਗੀ ਆ, ਦਲੇਰੀ ਜਾਗੀ ਆ। ਅੱਜ ਤੋਂ ਬਾਅਦ ਮੈਂ ਕਿਸੇ ਵੀ ਗਰੀਬ ਦੇ ਬੱਚੇ ਨਾਲ ਇਸ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਹੋਣ ਦੇਵਾਂਗਾ। ਕਹਿੰਦਾ ਅੱਜ ਮੰਤਰੀ ਦਾ ਜਨਮ ਦਿਨ ਨਹੀਂ, ਅੱਜ ਮੇਰੇ ਅੰਦਰ ਪੈਦਾ ਹੋਈ ਦਲੇਰੀ, ਹਿੰਮਤ ਅਤੇ ਜੁਰਤ ਦਾ ਜਨਮ ਦਿਨ ਹੈ। ਸੋ ਬੇਟਾ ਜਿਹੜੀ ਇਹ ਕਹਾਣੀ ਆ, ਜਨਮ ਦਿਨ ਮੰਤਰੀ ਦਾ ਇੱਕ ਛੋਟਾ ਜਿਹਾ ਇਹਦੇ ਵਿੱਚ ਸਮਾਗਮ ਦੇ ਵਿੱਚ ਆਉਣਾ ਲਿਖਿਆ ਗਿਆ, ਬਟ ਇਹਦੇ ਵਿੱਚ ਇੱਕ ਜਿਹੜੇ ਗਰੀਬ ਮਾਪੇ ਨੇ ਆਪਣੇ ਬੱਚੇ ਨੂੰ ਪੜ੍ਹਾਉਣ ਲਈ ਕਿੱਦਾਂ ਕਿੱਦਾਂ ਐਫਰਟਸ ਕਰਦੇ ਨੇ ਉਹ ਦੱਸਿਆ ਗਿਆ। ਆਖਰ ਦੇ ਵਿੱਚ ਇਹ ਦੱਸਿਆ ਗਿਆ ਕਿ ਜਦੋਂ ਕਿਸੇ ਨਾਲ ਧੱਕਾ ਹੁੰਦਾ ਤਾਂ ਉਹ ਉਸ ਧੱਕੇ ਨੂੰ ਜਰਦਾ ਨਹੀਂ ਬੇਟਾ, ਉਹਨੂੰ ਪਾਣੀ ਦੀ ਤਰ੍ਹਾਂ ਪੀਂਦਾ ਨਹੀਂ, ਪਰ ਉਹਦੇ ਅੰਦਰ ਕੁਛ ਨਾ ਕੁਛ ਗਿਆਨ ਜ਼ਰੂਰ ਆਉਂਦਾ। ਹੁਣ ਇੱਥੇ ਜਿਹੜਾ ਜੁਗਲ ਪ੍ਰਸਾਦ ਆ, ਉਹਦੀ ਜਿਹੜੀ ਸਕੂਲਾਂ ਪ੍ਰਤੀ ਸੋਚ ਸੀਗੀ ਕਿ ਇਹਨਾਂ ਸਕੂਲਾਂ ਦੇ ਵਿੱਚ ਕਿਸੇ ਨਾਲ ਵਿਤਕਰਾ ਨਹੀਂ ਹੁੰਦਾ, ਬਹੁਤ ਕੁਛ ਚੰਗਾ ਹੁੰਦਾ, ਬੱਚੇ ਬਹੁਤ ਵਧੀਆ ਸਿੱਖਦੇ ਨੇ। ਚਲੋ ਪੜ੍ਹਾਈ ਪੱਖ ਤੋਂ ਜੋ ਅਧਿਆਪਕ ਸਿਖਾ ਰਹੇ ਨੇ ਬੱਚਾ ਉਹਦਾ ਫਸਟ ਆਉਂਦਾ, ਬਟ ਜਿਹੜਾ ਉੱਪਰ ਮੈਨੇਜਮੈਂਟ ਆ, ਪੈਸੇ ਵਾਲੇ ਲੋਕ ਨੇ, ਧਨਾਟ ਲੋਕ ਨੇ, ਵੀ ਉਹ ਮਾਨ ਸਨਮਾਨ ਲਈ ਕਿਵੇਂ ਆਪਣੀਆਂ ਸਿਫਾਰਸ਼ਾਂ ਕਰਕੇ ਆਪਣੇ ਬੱਚਿਆਂ ਨੂੰ ਮਾਨ ਸਨਮਾਨ ਦਿਵਾ ਦਿੰਦੇ ਨੇ। ਇੱਕ ਗਰੀਬ ਦਾ ਬੱਚਾ ਵੀ ਉਹਦੇ ਪੇਰੈਂਟਸ ਦੀ ਕੋਈ ਐਡੀ ਵੱਡੀ ਅਪਰੋਚ ਨਾ ਹੋਣ ਕਰਕੇ ਉਹ ਦਬਿਆ ਰਹਿ ਜਾਂਦਾ। ਅਤੇ ਜੁਗਲ ਪ੍ਰਸਾਦ ਕਹਿੰਦਾ ਹੁਣ ਮੇਰੇ ਬੱਚੇ ਨਾਲ ਇਹ ਧੱਕਾ ਹੋ ਗਿਆ, ਮੈਂ ਕਿਸੇ ਹੋਰ ਦੇ ਬੱਚੇ ਨਾਲ ਇਹ ਧੱਕਾ ਨਹੀਂ ਹੋਣ ਦੇਵਾਂਗਾ। ਇਹ ਚੀਜ਼ ਦਾ ਜਿਹੜਾ ਜਨਮ ਹੁੰਦਾ ਤਾਂ ਇਸ ਕਹਾਣੀ ਦਾ ਨਾਮ ਇਸ ਘਟਨਾ ਕਰਕੇ ਜਨਮ ਦਿਨ ਰੱਖਿਆ ਗਿਆ। ਆਓ ਇਸ ਕਹਾਣੀ ਨਾਲ ਸੰਬੰਧਿਤ ਪ੍ਰਸ਼ਨ ਉੱਤਰਾਂ ਬਾਰੇ ਵਿਚਾਰ ਕਰਦੇ ਹਾਂ। ਜੁਗਲ ਪ੍ਰਸਾਦ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਿਉਂ ਕਰਵਾਉਣਾ ਚਾਹੁੰਦਾ ਸੀ? ਹੁਣ ਇਹ ਉੱਪਰ ਆਪਾਂ ਗੱਲ ਵੀ ਕਰੀ ਸੀ। ਉੱਤਰ ਹੈ ਜੁਗਲ ਪ੍ਰਸਾਦ ਚਾਹੁੰਦਾ ਸੀ ਕਿ ਸ਼ੁਰੂ ਤੋਂ ਅੰਗਰੇਜ਼ੀ ਪੜ੍ਹਾਉਣ ਵਾਲੇ ਸਕੂਲ ਵਿੱਚ ਜੋਤੀ ਅੰਗਰੇਜ਼ੀ ਸਿੱਖ ਕੇ ਨਿਪੁੰਨ ਬਣੇ, ਮਤਲਬ ਕਿ ਉਹ ਇੰਗਲਿਸ਼ ਬੋਲਣ ਦੇ ਵਿੱਚ ਐਕਸਪਰਟ ਹੋ ਜਾਵੇ। ਉਹ ਸਮਝਦਾ ਸੀ ਕਿ ਇਸ ਸਕੂਲ ਵਿੱਚ ਬੱਚੇ ਦੀ ਸ਼ਖਸੀਅਤ ਦੀ ਉਸਾਰੀ, ਮਤਲਬ ਉਹਦੇ ਵਿੱਚ ਕੁਛ ਨਵਾਂ ਆਉਂਦਾ ਲਈ ਵਿਸ਼ੇਸ਼ ਮੌਕੇ ਦਿੱਤੇ ਜਾਂਦੇ ਹਨ ਕਿ ਬੱਚੇ ਦੇ ਸਰਵਪੱਖੀ ਵਿਕਾਸ ਹੁੰਦਾ ਇਹਨਾਂ ਸਕੂਲਾਂ ਵਿੱਚ। ਕਿੰਨਾਂ 'ਚ? ਪ੍ਰਾਈਵੇਟ ਸਕੂਲਾਂ ਵਿੱਚ, ਜਿਸ ਨਾਲ ਬੱਚੇ ਸਾਫ ਸੁਥਰਾ ਰਹਿਣਾ, ਚੰਗੇ ਕੱਪੜੇ ਪਹਿਨਣਾ ਅਤੇ ਪਿਆਰ ਨਾਲ ਮਿਲ ਜੁਲ ਕੇ ਰਹਿਣ ਤੋਂ ਇਲਾਵਾ ਉਹਨਾਂ ਵਿੱਚ ਸਵੈ ਵਿਸ਼ਵਾਸ ਵਰਗੇ ਗੁਣ ਪੈਦਾ ਹੁੰਦੇ ਹਨ। ਬੱਚੇ ਦੇ ਅੰਦਰ ਜਿਹੜਾ ਕੌਨਫੀਡੈਂਸ ਅਤੇ ਕੰਪੀਟੀਸ਼ਨ ਦੀ ਭਾਵਨਾ ਪੈਦਾ ਹੁੰਦੀ ਆ। ਉਹ ਇਹ ਸੋਚਦਾ, ਉਹ ਸਮਝਦਾ ਸੀ ਕਿ ਇੱਥੇ ਪੜ੍ਹ ਕੇ ਉਸ ਦਾ ਪੁੱਤਰ ਵੱਡਾ ਹੋ ਕੇ ਅਫਸਰ ਬਣੇਗਾ। ਇਹ ਇੰਨਾ ਕੁਛ ਸੋਚ ਕੇ ਬੇਟਾ ਉਹ ਆਪਣੇ ਬੱਚੇ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਰਵਾਉਣਾ ਚਾਹੁੰਦਾ ਸੀ। ਅਗਲਾ ਪ੍ਰਸ਼ਨ ਨੰਬਰ 2, ਸਕੂਲ ਦੀ ਪ੍ਰਿੰਸੀਪਲ ਨੇ ਜੁਗਲ ਪ੍ਰਸਾਦ ਨੂੰ ਵਧਾਈ ਕਿਉਂ ਦਿੱਤੀ? ਜਦੋਂ 1 ਮਹੀਨੇ ਬਾਅਦ ਇਮਤਿਹਾਨ ਹੋਇਆ ਤਾਂ ਜੁਗਲ ਪ੍ਰਸਾਦ ਦਾ ਪੁੱਤਰ ਜੋਤੀ ਇਮਤਿਹਾਨ ਵਿੱਚ ਸਾਰੇ ਜਮਾਤੀਆਂ ਨਾਲੋਂ ਅੱਵਲ ਰਿਹਾ, ਵੀ ਫਸਟ ਆਇਆ ਸੀ ਕਲਾਸ 'ਚੋਂ, ਜਿਸ ਕਰਕੇ ਪ੍ਰਿੰਸੀਪਲ ਨੇ ਜੁਗਲ ਪ੍ਰਸਾਦ ਨੂੰ ਅਜਿਹੇ
ਹੋਣਹਾਰ ਪੁੱਤਰ ਦਾ ਪਿਤਾ ਹੋਣ 'ਤੇ ਵਧਾਈ ਦਿੱਤੀ। ਜੀ ਅਸੀਂ ਵਧਾਈ ਦਿੰਦੇ ਹਾਂ, ਤੁਹਾਡਾ ਬੱਚਾ ਬਹੁਤ ਇੰਟੈਲੀਜੈਂਟ ਆ। ਅਤੇ ਜੁਗਲ ਪ੍ਰਸਾਦ ਨੂੰ ਬੜੀ ਖੁਸ਼ੀ ਹੁੰਦੀ ਆ ਇੱਦਾਂ ਦੀ ਖਬਰ ਸੁਣ ਕੇ। 3 ਨੰਬਰ ਪ੍ਰਸ਼ਨ ਹੈ, ਇਹ ਮੇਰਾ ਲਾਲ ਜਾਏਗਾ ਐਡੇ ਵੱਡੇ ਮੰਤਰੀ ਕੋਲ ਮੈਂ ਸਦਕੇ ਜਾਵਾਂ। ਜੋਤੀ ਦੀ ਮਾਂ ਦੇ ਇਹਨਾਂ ਸ਼ਬਦਾਂ ਤੋਂ ਕੀ ਭਾਵ ਸੀ? ਉੱਤਰ ਹੈ, ਜੋਤੀ ਦੀ ਮਾਂ ਨੇ ਇਹਨਾਂ ਸ਼ਬਦਾਂ ਤੋਂ ਭਾਵ ਸੀ ਕਿ ਉਹ ਬਹੁਤ ਖੁਸ਼ ਹੈ ਕਿ ਉਸ ਦਾ ਪੁੱਤਰ ਬੜਾ ਲਾਇਕ ਅਤੇ ਹੋਣਹਾਰ ਹੈ। ਜੋ ਪ੍ਰਾਂਤ ਦੇ ਵੱਡੇ ਮੰਤਰੀ ਦੇ ਗਲ ਵਿੱਚ ਹਾਰ ਪਾਵੇਗਾ, ਉਹ ਇਸ ਗੱਲ ਲਈ ਆਪਣੇ ਪੁੱਤਰ ਤੋਂ ਕੁਰਬਾਨ ਜਾਂਦੀ ਹੈ ਅਤੇ ਉਸ ਉੱਤੇ ਮਾਣ ਕਰਦੀ ਹੈ। ਹੁਣ ਉਹਦੀ ਮਾਂ ਨੂੰ ਬੇਟਾ ਖੁਸ਼ੀ ਹੁੰਦੀ ਆ ਕਿ ਸਾਡਾ ਗਰੀਬੜਿਆਂ ਦਾ ਜਿਹੜਾ ਬੱਚਾ, ਅਤੇ ਉਹ ਐਡੇ ਵੱਡੇ ਮੰਤਰੀ ਦੇ ਹਾਰ ਪਾਉਣ ਲਈ ਉਹਦੀ ਚੋਣ ਹੋਈ ਹੈ, ਕਿ ਬੜੀ ਖੁਸ਼ੀ ਹੈ ਘਰ ਦੇ ਵਿੱਚ ਇਸ ਗੱਲ ਨੂੰ ਲੈ ਕੇ। ਪ੍ਰਸ਼ਨ ਨੰਬਰ 4, ਜੁਗਲ ਪ੍ਰਸਾਦ ਦੀ ਸੋਚ ਅਨੁਸਾਰ ਘੱਟ ਆਮਦਨ ਹੁੰਦਿਆਂ ਉਸ ਦੀ ਪਤਨੀ ਘਰ ਦਾ ਗੁਜ਼ਾਰਾ ਕਿਵੇਂ ਤੋਰਦੀ ਸੀ? ਹੁਣ ਆਮਦਨ ਬੇਟਾ 35-40 ਰੁਪਏ ਮਹੀਨੇ ਦੀ ਉਹਦੀ ਤਨਖਾਹ, ਅਤੇ ਉਹਦੇ ਵਿੱਚ ਉਹ ਕਿੰਨੇ ਕੁ ਪੈਸੇ ਘਰ ਲਈ ਦਿੰਦਾ, ਅਤੇ ਜਿਹੜੀ ਉਹਦੀ ਪਤਨੀ ਆ ਬੜੀ ਸਲੀਕੇ ਵਾਲੀ ਔਰਤ ਹੈ। ਜੁਗਲ ਪ੍ਰਸਾਦ ਦੀ ਸੋਚ ਅਨੁਸਾਰ ਘੱਟ ਆਮਦਨ ਹੁੰਦਿਆਂ ਵੀ ਉਸ ਦੀ ਪਤਨੀ 150 ਰੁਪਏ ਵਿੱਚ, ਹੁਣ ਦੇਖ ਲਓ ਬੇਟਾ 150 ਰੁਪਏ ਵਿੱਚ 5 ਬੱਚਿਆਂ ਨੂੰ ਪਾਲ ਰਹੀ ਸੀ। ਹੁਣ 5 ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਹੈ ਉਹਦੀ ਮਾਂ। ਉਹ ਉਸ ਨੂੰ ਬੱਚਿਆਂ ਦੀਆਂ ਬੁਗਨੀਆਂ ਵਿੱਚੋਂ ਪੈਸੇ ਇਕੱਠੀ ਕਰਦੀ ਦੇਖ ਕੇ ਸੋਚਦਾ ਕਿ ਕਿਸ ਤਰ੍ਹਾਂ ਉਹ ਯਤਨ ਕਰ ਰਹੀ ਸੀ ਕਿ ਉਸ ਦਾ ਬੱਚਾ ਸਕੂਲ ਵਾਲਿਆਂ ਦੀ ਇੱਛਾ ਅਨੁਸਾਰ ਨਾਗਰਿਕ ਸਭਾ ਦੁਆਰਾ ਐਤਵਾਰ ਨੂੰ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋ ਸਕੇ। ਹੁਣ ਜਿਹੜੀ ਜੁਗਲ ਪ੍ਰਸਾਦ ਦੀ ਪਤਨੀ ਹੈ ਬੇਟਾ, ਉਹ ਵਿਚਾਰੀ 150 ਰੁਪਏ ਦੇ ਵਿੱਚ 5 ਬੱਚਿਆਂ ਨੂੰ ਪਾਲਦੀ ਆ। ਅਤੇ ਜਦੋਂ ਜੁਗਲ ਪ੍ਰਸਾਦ ਦਾ ਸਮਾਂ ਆਉਂਦਾ ਕਿ ਇਹਨੇ ਸਕੂਲ ਦੇ ਵਿੱਚ ਜਾਣਾ, ਇਹਨੂੰ ਇਹ ਕੱਪੜੇ ਲਿਆ ਕੇ ਦਿਓ, ਅਤੇ ਉਹਦੇ ਕੋਲ ਪੈਸੇ ਨਹੀਂ ਹੁੰਦੇ, ਗਰੀਬੀ ਹੁੰਦੀ ਹੈ ਘਰ ਦੇ ਵਿੱਚ। ਅਤੇ ਉਹ ਜਿਹੜੀਆਂ ਤੁਹਾਨੂੰ ਦੱਸਿਆ ਕਿ ਬੱਚਿਆਂ ਦੇ ਗੀਜੇ ਲਾ ਲਓ ਜਾਂ ਬੱਚਿਆਂ ਦੇ ਸੰਬੰਧ ਵਿੱਚ ਅਸੀਂ ਕਿਤੇ ਕੋਈ 2 ਰੁਪਏ ਸੰਭਾਲ ਕੇ ਰੱਖਦੇ ਹਾਂ, ਉਹਨੇ ਸਾਰੇ ਪੈਸੇ ਇਕੱਠੇ ਕਰਕੇ ਜੁਗਲ ਪ੍ਰਸਾਦ ਨੂੰ ਦਿੱਤੇ ਕਿ ਤੁਸੀਂ ਬੱਚੇ ਲਈ ਬੂਟ ਪੈਂਟ ਕੱਪੜੇ ਦਾ ਪ੍ਰਬੰਧ ਕਰੋ। ਸੋ ਸੋਚਦਾ ਕਿ ਮੇਰੀ ਘਰਵਾਲੀ ਕਿੰਨੀ ਸਮਝਦਾਰ ਹੈ। ਅੱਗੇ 5 ਨੰਬਰ ਪ੍ਰਸ਼ਨ ਹੈ, ਤ੍ਰਿਕਾਲਾ ਨੂੰ ਸਾਰਾ ਟੱਬਰ ਕਿਸ ਗੱਲ ਦਾ ਇੰਤਜ਼ਾਰ ਕਰ ਰਿਹਾ ਸੀ? ਇਹ ਬੇਟਾ ਉਹੀ ਆ ਕਿ ਸਾਰਾ ਪਰਿਵਾਰ ਉਡੀਕਦਾ ਸੀ ਕਿ ਜੁਗਲ ਪ੍ਰਸਾਦ ਅਤੇ ਉਹਦੇ ਪੂਰੀ ਫੈਮਿਲੀ ਨੂੰ ਐਂ ਅੱਖਾਂ ਲਾਈ ਬੈਠੇ ਸਨ ਬੂਹੇ ਵੱਲ ਕਿ ਬੱਚਾ ਆਊਗਾ। ਜੋਤੀ ਬੜੀ ਖੁਸ਼ੀ ਦੇ ਵਿੱਚ ਸਾਨੂੰ ਸਾਰੀ ਕਹਾਣੀ ਸੁਣਾਊ। ਅੱਗੇ ਦੇਖੋ ਜੀ, ਤ੍ਰਿਕਾਲਾ ਨੂੰ ਜੁਗਲ ਪ੍ਰਸਾਦ ਦਾ ਸਾਰਾ ਪਰਿਵਾਰ ਜੋਤੀ ਦੇ ਸਮਾਗਮ ਵਿੱਚੋਂ ਵਾਪਸ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ, ਤਾਂ ਜੋ ਉਹ ਉਸ ਦੇ ਮੂੰਹੋਂ ਤੋਂ ਭਾਵ ਜੋਤੀ ਦੇ ਮੂੰਹੋਂ ਸਮਾਗਮ ਵਿੱਚ ਪ੍ਰਾਪਤ ਹੋਏ ਮਾਣ ਨੂੰ ਵਿਸਤਾਰ ਨਾਲ ਸੁਣ ਸਕਣ। ਉੱਥੇ ਬੇਟਾ ਕੋਈ ਆਮ ਬੰਦਾ ਉਸ ਸਮਾਗਮ ਵਿੱਚ ਸ਼ਾਮਲ ਨਹੀਂ ਸੀ ਹੋ ਸਕਦਾ, ਸਾਰੇ ਖਾਸ ਲੋਕਾਂ ਨੂੰ ਉੱਥੇ ਸੱਦਾ ਦਿੱਤਾ ਗਿਆ ਸੀ। ਹੁਣ ਘਰ ਦੇ ਕਹਿੰਦੇ ਨੇ ਕਿ ਉੱਥੇ ਕੀ ਹੋਇਆ ਇਹਦੇ ਬਾਰੇ ਜੋਤੀ ਸਾਨੂੰ ਦੱਸੂਗਾ। ਇਸ ਆਸ ਨਾਲ ਸਾਰਾ ਪਰਿਵਾਰ ਜੋਤੀ ਦੀ ਉਡੀਕ ਕਰ ਰਿਹਾ ਸੀ। ਡਸਕੋਰੇ ਭਰ ਰਹੇ ਜੋਤੀ ਬਾਰੇ ਸਕੂਲ ਦੀ ਪ੍ਰਿੰਸੀਪਲ ਜੁਗਲ ਪ੍ਰਸਾਦ ਨੂੰ ਕੀ ਕਹਿੰਦੀ ਹੈ? ਡਸਕੋਰੇ ਦਾ ਭਾਵ ਹੌਂਕੇ ਭਰ ਰਿਹਾ ਸੀ। ਜੋਤੀ ਵੀ ਰੋ ਰਿਹਾ ਹੈ ਵੀ ਕਿ ਮੈਂ ਕਿਸ ਕੰਮ ਲਈ ਮੈਨੂੰ ਘਰੋਂ ਭੇਜਿਆ ਸੀ, ਉਹ ਤਾਂ ਕੰਮ ਹੋਇਆ ਹੀ ਨਹੀਂ, ਮੈਂ ਤਾਂ ਹਾਰ ਪਾਇਆ ਹੀ ਨਹੀਂ। ਬੱਚੇ ਨੇ ਬੇਟਾ ਸਾਰੀ ਸਮਝ ਰੱਖਦੇ ਨੇ ਅੱਜ ਦੇ ਬੱਚੇ। ਉੱਤਰ ਹੈ, ਡਸਕੋਰੇ ਭਰ ਰਹੇ ਜੋਤੀ ਬਾਰੇ ਸਕੂਲ ਦੀ ਪ੍ਰਿੰਸੀਪਲ ਅਫਸੋਸ ਪ੍ਰਗਟ ਕਰਦੀ ਹੋਈ ਜੁਗਲ ਪ੍ਰਸਾਦ ਨੂੰ ਦੱਸਦੀ ਹੈ ਕਿ ਉਸ ਦੇ ਪੁੱਤਰ ਨੂੰ ਮੰਤਰੀ ਜੀ ਨੂੰ ਹਾਰ ਪਾਉਣ ਦਾ ਮਾਣ ਨਹੀਂ ਮਿਲ ਸਕਿਆ। ਹੁਣ ਆ ਕੇ ਸਕੂਲ ਪ੍ਰਿੰਸੀਪਲ ਕਹਿੰਦੀ ਜੀ ਤੁਹਾਡੇ ਬੱਚੇ ਨੂੰ ਜੋਤੀ ਨੂੰ ਮੰਤਰੀ ਜੀ ਦੇ ਹਾਰ ਪਾਉਣ ਦਾ ਮਾਣ ਨਹੀਂ ਮਿਲ ਸਕਿਆ, ਕਿਉਂਕਿ ਸੇਠ ਲਖਪਤ ਰਾਏ ਨੇ ਉਹਨਾਂ ਦੇ ਚੇਅਰਮੈਨ ਨੂੰ ਕਹਿ ਕੇ ਜੋਤੀ ਦੇ ਨਾਂ ਦੀ ਥਾਂ ਆਪਣੇ ਪੁੱਤਰ ਦਾ ਨਾਂ ਬਦਲਵਾ ਲਿਆ ਸੀ। ਹੁਣ ਇਹ ਗੱਲ ਜਿਹੜੀ ਆ ਕੇ ਸਕੂਲ ਪ੍ਰਿੰਸੀਪਲ ਜੁਗਲ ਪ੍ਰਸਾਦ ਨੂੰ ਦੱਸਦੀ ਆ, ਅਤੇ ਉਸ ਤੋਂ ਬਾਅਦ ਉਹਦਾ ਪਾਰਾ ਹਾਈ ਹੁੰਦਾ ਅਤੇ ਬੜਾ ਗੁੱਸਾ ਆਉਂਦਾ, ਅਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਲੱਗਦੀ ਆ ਪ੍ਰਿੰਸੀਪਲ ਦੇ ਇਹਨਾਂ ਸ਼ਬਦਾਂ ਨੂੰ ਸੁਣਨ ਤੋਂ ਬਾਅਦ। ਪ੍ਰਸ਼ਨ ਨੰਬਰ 7, ਅੱਜ ਉਸ ਮੰਤਰੀ ਦਾ ਜਨਮ ਦਿਨ ਨਹੀਂ, ਮੇਰਾ ਜਨਮ ਦਿਨ ਹੈ। ਜੁਗਲ ਪ੍ਰਸਾਦ ਦੇ ਸ਼ਬਦ ਨੇ। ਜੁਗਲ ਪ੍ਰਸਾਦ ਨੇ ਇਹ ਗੱਲ ਕਿਸ ਸੰਦਰਭ ਵਿੱਚ ਕਹੀ?
ਲਾਸਟ ਤੇ ਜੋ ਤੁਹਾਨੂੰ ਸਮਝਾਇਆ ਬੇਟਾ ਕਹਾਣੀ ਦੇ ਸਾਰ ਵਿੱਚ। ਉੱਤਰ ਹੈ ਜੁਗਲ ਪ੍ਰਸਾਦ ਨੇ ਡਸਕੋਰੇ ਭਰ ਰਹੇ ਜੋਤੀ ਨੂੰ ਦੇਖ ਅਤੇ ਪ੍ਰਿੰਸੀਪਲ ਦੇ ਮੂੰਹੋਂ ਸਾਰਾ ਹਾਲ ਸੁਣ ਕੇ ਗੁੱਸੇ ਵਿੱਚ ਆ ਕੇ ਕਿਹਾ, ਕਿਉਂਕਿ ਉਸ ਨੂੰ ਅੱਜ ਮਹਿਸੂਸ ਹੋਇਆ ਕਿ ਉਸ ਨੂੰ ਦਲੇਰੀ ਅਤੇ ਹਿੰਮਤ ਕਰਕੇ ਅਜਿਹੇ ਅਮੀਰ ਲੋਕਾਂ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਜੋ ਗਰੀਬਾਂ ਦੀਆਂ ਸਧਰਾਂ ਅਤੇ ਉਮੰਗਾਂ ਨੂੰ ਲਿਤਾੜਦੇ ਹਨ। ਇਸ ਲਈ ਉਹ ਆਪਣੇ ਅੰਦਰ ਪੈਦਾ ਹੋਈ ਹਿੰਮਤ ਅਤੇ ਦਲੇਰੀ ਲਈ ਆਪਣਾ ਜਨਮ ਦਿਨ ਕਹਿੰਦਾ ਹੈ। ਹੁਣ ਇੱਥੇ ਬੇਟਾ ਉਹ ਤੁਹਾਨੂੰ ਦੱਸਿਆ ਕਿ ਉਹਦੇ ਅੰਦਰ ਇੱਕ ਜੁਰਤ, ਹਿੰਮਤ, ਦਲੇਰੀ, ਅਨਿਆਏ ਦੇ ਖਿਲਾਫ ਲੜਨ ਵਾਲੀ ਆਵਾਜ਼ ਪੈਦਾ ਹੁੰਦੀ ਆ। ਉਹ ਕਹਿੰਦਾ ਅੱਜ ਮੰਤਰੀ ਦਾ ਜਨਮ ਦਿਨ ਨਹੀਂ, ਅੱਜ ਮੇਰਾ ਜਨਮ ਦਿਨ ਹੈ। ਅੱਜ ਜੁਗਲ ਪ੍ਰਸਾਦ ਦੇ ਅੰਦਰ ਇੱਕ ਨਵੇਂ ਜੁਗਲ ਪ੍ਰਸਾਦ ਨੇ ਜਨਮ ਲਿਆ ਹੈ। ਆਓ ਇਹਦੇ ਵਸਤੂਨਿਸ਼ਟ ਜਿਹੜੇ ਪ੍ਰਸ਼ਨ ਨੇ ਬੇਟਾ ਉਹਨਾਂ ਬਾਰੇ ਪੜ੍ਹਦੇ ਹਾਂ। ਜਨਮ ਦਿਨ ਕਹਾਣੀ ਦਾ ਲੇਖਕ ਕੌਣ ਹੈ? ਪ੍ਰੋਫੈਸਰ ਸਵਿੰਦਰ ਸਿੰਘ ਉੱਪਲ, ਇਹਨਾਂ ਨੇ ਇਹ ਕਹਾਣੀ ਲਿਖੀ ਹੈ। ਜੁਗਲ ਪ੍ਰਸਾਦ ਦੀ ਤਨਖਾਹ ਕਿੰਨੀ ਵਧੀ ਸੀ? 5 ਰੁਪਏ। ਜੁਗਲ ਪ੍ਰਸਾਦ ਦੇ ਸਭ ਤੋਂ ਛੋਟੇ ਲੜਕੇ ਦਾ ਨਾਂ ਕੀ ਸੀ? ਉਹ ਹੈਗਾ ਬੇਟਾ ਜੋਤੀ। ਸਭ ਤੋਂ ਛੋਟੇ ਬੱਚੇ ਨੂੰ ਉਹ ਇੰਗਲਿਸ਼ ਮੀਡੀਅਮ ਸਕੂਲ 'ਚ ਪੜ੍ਹਾਉਂਦਾ। ਜੁਗਲ ਪ੍ਰਸਾਦ ਜੋਤੀ ਨੂੰ ਕੀ ਬਣਨਾ ਜਾਂ ਕੀ ਬਣਾਉਣਾ ਚਾਹੁੰਦਾ ਸੀ? ਵੱਡਾ ਅਤੇ ਚੰਗਾ ਅਫਸਰ। ਇਹ ਉਹਦਾ ਸੁਪਨਾ ਵੀ ਸੀ ਅਤੇ ਬਣਾਉਣਾ ਵੀ ਚਾਹੁੰਦਾ ਹੈ। ਅੱਗੇ ਹੈ ਬੇਟਾ 5 ਨੰਬਰ ਪ੍ਰਸ਼ਨ, ਜੁਗਲ ਪ੍ਰਸਾਦ ਦੀ ਪਤਨੀ ਦਾ ਨਾਂ ਕੀ ਸੀ? ਮਤਲਬ ਕਿ ਜੋਤੀ ਦੀ ਮੰਮੀ ਦਾ ਕੀ ਨਾਮ ਸੀ? ਉਹਦਾ ਨਾਮ ਸੀ ਦੇਵਕੀ। ਜੋਤੀ ਕਿਹੜੀ ਜਮਾਤ ਵਿੱਚ ਪੜ੍ਹਦਾ ਸੀ? KG ਕਲਾਸ ਵਿੱਚ। ਜੋਤੀ ਕਿਸ ਗੱਲ ਕਰਕੇ ਮੰਤਰੀ ਦੇ ਹਾਰ ਪਾਉਣ ਲਈ ਚੁਣਿਆ ਗਿਆ ਸੀ? ਲਾਇਕ ਹੋਣ ਕਰਕੇ। ਲਾਇਕ ਮਤਲਬ ਉਹ ਪੜ੍ਹਾਈ ਦੇ ਵਿੱਚ ਅੱਛਾ ਸੀ, ਉਹਦੀ ਓਵਰਆਲ ਜੋ ਉਸ ਵਿੱਚ ਗੁਣ ਸਨ, ਉਹਦੇ ਗੁਣਾਂ ਕਰਕੇ ਉਹਦੀ ਜਿਹੜੀ ਚੋਣ ਆ ਉਹ ਅੱਗੇ ਹੁੰਦੀ ਹੈ ਹਾਰ ਪਾਉਣ ਲਈ। ਜੁਗਲ ਪ੍ਰਸਾਦ ਅਤੇ ਦੇਵਕੀ ਦੇ ਕਿੰਨੇ ਬੱਚੇ ਸਨ? ਹੁਣ ਜੁਗਲ ਪ੍ਰਸਾਦ ਦੇ ਪਰਿਵਾਰ ਦੇ ਵਿੱਚ 5 ਬੱਚੇ ਸਨ। ਦੇਵਕੀ ਨੇ ਜੋਤੀ ਲਈ ਚਿੱਟੀ ਕਮੀਜ਼ ਕਿਸ ਕੱਪੜੇ ਤੋਂ ਤਿਆਰ ਕੀਤੀ ਸੀ? ਇੱਕ ਪੁਰਾਣੀ ਚਿੱਟੀ ਚਾਦਰ ਤੋਂ। ਉਹਨੇ ਘਰ ਦੇ ਵਿੱਚ ਕੱਪੜੇ ਕੁੱਪੜੇ ਫਰੋਲੇ, ਉੱਥੋਂ ਇੱਕ ਚਿੱਟੀ ਚਾਦਰ ਨਿਕਲ ਆਈ ਜਿਸ ਨੂੰ ਉਹਨੇ ਜਾ ਕੇ ਗੁਆਂਢੀਆਂ ਦੇ ਘਰੇ ਤਰਲੇ ਮਿੰਨਤੇ ਕਰਕੇ ਉਹਨਾਂ ਦੀ ਮਸ਼ੀਨ ਦੇ ਉੱਪਰ ਤਿਆਰ ਕਰੀ ਸੀ। ਜੋਤੀ ਦੁਆਰਾ ਮੰਤਰੀ ਨੂੰ ਹਾਰ ਪਾਉਣ ਵਾਲਾ ਸਮਾਗਮ ਕਿਸ ਦਿਨ ਸੀ? ਐਤਵਾਰ ਨੂੰ। ਕਿਸ ਨੇ ਮੰਤਰੀ ਦੇ ਹਾਰ ਪਾਉਣ ਲਈ ਜੋਤੀ ਦੀ ਥਾਂ ਆਪਣੇ ਪੁੱਤਰ ਦਾ ਨਾਂ ਬਦਲਵਾ ਲਿਆ ਸੀ? ਸੇਠ ਲਖਪਤ ਰਾਏ ਨੇ। ਜੋਤੀ ਦਾ ਹੱਕ ਖੋਹੇ ਜਾਣ ਮਗਰੋਂ ਜੁਗਲ ਪ੍ਰਸਾਦ ਨੂੰ ਆਪਣੇ ਅੰਦਰ ਕਿਸ ਚੀਜ਼ ਦਾ ਜਨਮ ਹੋਇਆ ਪ੍ਰਤੀਤ ਹੋਇਆ? ਜੁਰਤ ਅਤੇ ਦਲੇਰੀ ਦਾ। ਜਨਮ ਦਿਨ ਕਹਾਣੀ ਦਾ ਅੰਤ ਕਿਹੋ ਜਿਹਾ ਹੈ? ਦੁੱਖ ਭਰਿਆ। ਸੋ ਇਹ ਬੇਟਾ ਜਿਹੜੀ ਫੋਟੋ ਤੁਸੀਂ ਦੇਖ ਰਹੇ ਹੋ ਇਹ ਸਾਰੇ ਪ੍ਰਸ਼ਨਾਂ ਨੂੰ ਤਿਆਰ ਕਰਨ ਵਾਲੇ ਅਧਿਆਪਕ ਦੀ ਹੈ। ਸੋ ਇਹ ਜਿਹੜੇ ਪ੍ਰਸ਼ਨ ਉੱਤਰ ਨੇ ਤੁਹਾਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਉਪਰਾਲਾ ਕੀਤਾ ਗਿਆ, ਉੱਥੋਂ ਬੇਟਾ ਇਹ ਜਿਹੜੀ PDF ਡਾਊਨਲੋਡ ਕਰਕੇ ਤੁਹਾਨੂੰ ਪੜ੍ਹਾਈ ਗਈ ਆ। ਸੋ ਜਿੰਨੇ ਬੱਚੇ ਪੰਜਾਬ ਸਕੂਲ ਬੋਰਡ ਨਾਲ ਸੰਬੰਧ ਰੱਖਦੇ ਇਹ ਉਹਨਾਂ ਦਾ ਵੀ ਸਿਲੇਬਸ ਹੈ ਅਤੇ ਉਹ ਇਸ ਤਰ੍ਹਾਂ ਪੜ੍ਹ ਰਹੇ ਹਨ। ਸੋ CBSE ਦੇ ਵਿੱਚ ਬੇਟਾ ਜੋ CBSE ਦਾ ਪੈਟਰਨ ਆ ਉਹਦੇ ਵਿੱਚ ਸ਼ਾਰਟ, ਵੈਰੀ ਸ਼ਾਰਟ, ਫਿਲਿਪਸ, ਟਰੂ ਫਾਲਸ, ਇਸ ਤਰ੍ਹਾਂ ਦੀ ਕੈਟਾਗਰੀ ਦੇ ਬਹੁਤ ਸਾਰੇ ਜਿਹੜੇ ਸਵਾਲ ਨੇ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛੇ ਜਾ ਸਕਦੇ ਨੇ। ਸੋ ਇਸ ਸਾਰ ਨੂੰ ਅਤੇ ਕਹਾਣੀ ਨੂੰ ਤੁਸੀਂ ਨੇ ਦੁਬਾਰਾ ਪੜ੍ਹਨਾ ਹੈ ਅਤੇ ਇਹਦੇ ਵਿੱਚੋਂ ਵੈਰੀ ਸ਼ਾਰਟ, ਸ਼ਾਰਟ, ਟਰੂ ਫਾਲਸ ਜਿਹੜੇ ਪ੍ਰਸ਼ਨ ਨੇ ਤੁਸੀਂ ਆਪਣੇ ਆਪ ਲੱਭਣ ਦੀ ਕੋਸ਼ਿਸ਼ ਕਰਨੀ ਹੈ। ਸੋ ਬੇਟਾ ਇਹ ਸੀ ਤੁਹਾਡੀ ਕਹਾਣੀ ਜਨਮ ਦਿਨ। ਉਮੀਦ ਕਰਦੇ ਹਾਂ ਇਹ ਕਹਾਣੀ ਦਾ ਸਾਰ ਅਤੇ ਇਹਦੇ ਪ੍ਰਸ਼ਨ ਉੱਤਰ ਇਸ ਵੀਡੀਓ ਦੇ ਮਾਧਿਅਮ ਰਾਹੀਂ ਅਸੀਂ ਸੌਖੇ ਕਰਕੇ ਪੜ੍ਹਾਉਣ ਵਿੱਚ ਸਫਲ ਹੋਏ ਹੋਵਾਂਗੇ। ਉਮੀਦ ਕਰਦੇ ਹਾਂ ਸਾਰੇ ਬੱਚੇ ਇਸ ਵੀਡੀਓ ਦਾ ਆਪਣੇ ਭਵਿੱਖ ਲਈ, ਆਪਣੇ ਐਗਜ਼ਾਮ ਲਈ ਭਰਪੂਰ ਲਾਹਾ ਲੈਣਗੇ। ਸੋ ਅੱਜ ਦੀ 9ਵੀਂ ਕਲਾਸ ਦੀ ਜਨਮ ਦਿਨ ਕਹਾਣੀ ਦੀ ਪ੍ਰਸ਼ਨ ਉੱਤਰ ਵਾਲੀ ਇਹ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਧੰਨਵਾਦ।